ਹੈਲੋ ਸਟੂਡੈਂਟਸ, ਕੀ ਤੁਸੀਂ ਹਮੇਸ਼ਾ ਬਿਕॉज ਨੂੰ ਯੂਜ਼ ਕਰਦੇ ਹੋਏ ਇਹ ਫੀਲ ਕਰਦੇ ਆ ਕਿ ਰਾਈਟਿੰਗ ਦੇ ਵਿੱਚ ਤੁਸੀਂ ਜਿਹੜਾ ਬਿਕॉज ਨੂੰ ਬਾਰ-ਬਾਰ ਰਿਪੀਟ ਕਰ ਰਹੇ ਆ। ਈਵਨ ਇਨ ਸਪੀਕਿੰਗ ਸੈਕਸ਼ਨ ਬਹੁਤ ਸਾਰੇ ਸਟੂਡੈਂਟਸ ਦੇ ਕੋਲ ਕੋਈ ਅਲਟਰਨੇਟਿਵ ਨਹੀਂ ਹੁੰਦਾ ਬਿਕॉज ਨੂੰ ਬਿਕॉज ਦੀ ਜਗ੍ਹਾ ਤੇ ਯੂਜ਼ ਕਰਨ ਦਾ। ਸੋ ਸਟੂਡੈਂਟਸ, in this video I'm gonna teach you some different ways of using because in English. So let's get started and learn how to use different words instead of because. First of all, because ਜਿਹੜਾ ਬੜਾ ਕਾਮਨ ਹੈਗਾ, ਸਟੂਡੈਂਟਸ ਇਹਨੂੰ ਈਜ਼ੀਲੀ ਯੂਜ਼ ਕਰ ਲੈਂਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਕਾਫੀ ਹੋਰ ਵਰਡਸ ਤੁਸੀਂ ਮੇਰੀ ਲੈਫਟ ਸਾਈਡ ਤੇ ਦੇਖ ਸਕਦੇ ਆ ਜਿਹੜੇ ਆਪਾਂ ਅਲਟਰਨੇਟਿਵ ਯੂਜ਼ ਕਰ ਸਕਦੇ ਆ ਬਿਕॉज ਦੀ ਜਗ੍ਹਾ ਤੇ। ਫॉर एग्जांपल we have due to, we has because of, instead of it we have owing to, since, as a result. All these words can be used instead of because in English. So students, first ਆਪਾਂ ਦੇਖਾਂਗੇ ਕਿ ਕੀ ਡਿਫਰੈਂਸ ਹੈਗਾ ਇਹਨਾਂ ਵਰਡਸ ਦੇ ਵਿੱਚ, ਕਿਸ ਤਰੀਕੇ ਨਾਲ ਇਹਨਾਂ ਨੂੰ ਯੂਜ਼ ਕਰਨਾ ਹੈਗਾ, ਕਿਹੜਾ ਵਰਡ ਸਿਮਿਲਰ ਹੈਗਾ, ਕਿਹੜਾ ਅਲੱਗ ਤਰੀਕੇ ਨਾਲ ਯੂਜ਼ ਹੋਣਾ। ਹੋ ਸਕਦਾ ਬਹੁਤ ਸਾਰੇ ਸਟੂਡੈਂਟਸ ਨੂੰ ਇਹਦੇ ਬਾਰੇ ਪਤਾ ਹੋਵੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਜਾਂ ਇਹਨਾਂ ਵਰਡਸ ਦਾ ਮੀਨਿੰਗ ਬਿਕॉज ਹੈਗਾ ਆ, ਬਟ ਸਟਿਲ ਮੈਨੀ ਸਟੂਡੈਂਟਸ ਜਿਹੜੇ ਉਹ ਗਲਤੀ ਕਰ ਜਾਂਦੇ ਕਿਤੇ ਨਾ ਕਿਤੇ ਯੂਜ਼ ਕਰਨ ਦੇ ਵਿੱਚ। ਸੋ ਫਸਟ ਆਪਾਂ ਇਹਨਾਂ ਨੂੰ ਡਿਫਰੈਂਸ਼ੀਏਟ ਕਰੀਏ ਕਿ ਕਿਵੇਂ ਇਹ ਸਾਰੇ ਵਰਡਸ ਅਲੱਗ-ਅਲੱਗ ਹੈਗੇ ਨੇ। ਸੋ ਸਟੂਡੈਂਟਸ, ਬਿਕॉज ਜਿਹੜੀ ਫਸਟ ਆਫ ਆਲ ਹੈਗੀ ਆ ਉਹ ਸਾਡੀ ਸਬੋਰਡੀਨੇਟ ਕੰਜੰਕਸ਼ਨ ਆ। ਸਬੋਰਡੀਨੇਟ ਕੰਜੰਕਸ਼ਨ ਮੀਨਸ ਕੀ ਆ ਕਿ ਇਹ ਕਿਸੇ ਵੀ ਕਲੌਜ਼ ਨੂੰ ਡਿਪੈਂਡੈਂਟ ਕਲੌਜ਼ ਦੇ ਵਿੱਚ ਚੇਂਜ ਕਰ ਦਿੰਦੀ ਆ। ਸੋ ਸਬੋਰਡੀਨੇਟ ਕੰਜੰਕਸ਼ਨ ਹੈਗੀ ਆ ਜੇਕਰ, ਤੇ ਇਟ ਮੀਨਸ ਕਿਹਾ ਕਿ ਇੰਗਲਿਸ਼ ਦੇ ਵਿੱਚ ਜਿੰਨੀਆਂ ਵੀ ਕੰਜੰਕਸ਼ਨਸ ਹੈਗੀਆਂ ਨੇ ਉਹ ਆਪਣੇ ਤੋਂ ਬਾਅਦ ਹਮੇਸ਼ਾ ਹੀ ਇੱਕ ਕਲੌਜ਼ ਲੈਂਦੀਆਂ ਨੇ। ਕਲੌਜ਼ ਮੀਨਸ ਕੀ ਹੁੰਦਾ, ਜਿਨ੍ਹਾਂ ਨੂੰ ਕਲੌਜ਼ ਦੇ ਬਾਰੇ ਨਹੀਂ ਪਤਾ ਉਹ ਮੇਰੀ ਦੂਸਰੀ ਵੀਡੀਓ ਕਲੌਜ਼ ਐਂਡ ਫਰੇਜ਼ ਵਾਲੀ ਵੀਡੀਓ ਦੇਖ ਸਕਦੇ ਆ। ਬੇਸਿਕਲੀ ਅਗਰ ਆਪਾਂ ਦੇਖਣਾ ਤੇ ਕਲੌਜ਼ ਜਸਟ ਇੱਕ ਗਰੁੱਪ ਆਫ ਵਰਡਸ ਹੁੰਦਾ ਜਿਹਦੇ ਵਿੱਚ ਇੱਕ ਸਬਜੈਕਟ ਐਂਡ ਇੱਕ ਵਰਬ ਹੁੰਦਾ ਹੈ। ਸੋ ਬਿਕॉज ਇੱਕ ਸਬੋਰਡੀਨੇਟ ਕੰਜੰਕਸ਼ਨ ਆ। ਇਸ ਤੋਂ ਇਲਾਵਾ ਐਜ਼ ਵੀ ਸਬੋਰਡੀਨੇਟ ਕੰਜੰਕਸ਼ਨ ਆ, ਸਿੰਸ ਵੀ ਸਬੋਰਡੀਨੇਟ ਕੰਜੰਕਸ਼ਨ ਦੀ ਤਰ੍ਹਾਂ ਯੂਜ਼ ਹੁੰਦਾ ਆ। ਸੋ ਇਹ ਤਿੰਨੋਂ ਹੀ ਵਰਡਸ ਜਿਹੜੇ ਆ ਸੇਮ ਤਰੀਕੇ ਦੇ ਨਾਲ ਯੂਜ਼ ਕੀਤੇ ਜਾ ਸਕਦੇ ਨੇ। ਸੋ ਕੰਜੰਕਸ਼ਨਸ ਯਾਦ ਰੱਖਣਾ ਆ ਕਿ ਆਪਣੇ ਤੋਂ ਬਾਅਦ ਹਮੇਸ਼ਾ ਕਲੌਜ਼ ਲੈਣਗੀਆਂ, ਕਲੌਜ਼ ਲਗਾ ਕੇ ਆਪਾਂ ਇਹਨਾਂ ਸੈਂਟੈਂਸਸ ਨੂੰ ਬਣਾਵਾਂਗੇ। ਔਨ ਦਾ ਅਦਰ ਹੈਂਡ ਜਿਹੜੇ ਆਪਾਂ ਕੁਝ ਹੋਰ ਵਰਡਸ ਲਿਖੇ ਆ, ਫॉर एग्जांपल ਡਿਊ ਟੂ, ਬਿਕॉज ਆਫ, ਓਇੰਗ ਟੂ, ਐਜ਼ ਲੌਂਗ ਐਜ਼, ਇਹਨਾਂ ਸਾਰੇ ਵਰਡਸ ਨੂੰ ਆਪਾਂ ਪ੍ਰੈਪੋਜੀਸ਼ਨਸ ਕਹਿੰਦੇ ਆ। ਸੋ ਸਟੂਡੈਂਟਸ, ਪ੍ਰੈਪੋਜੀਸ਼ਨ ਪਾਰਟਸ ਆਫ ਸਪੀਚ ਦਾ ਹੀ ਇੱਕ ਸਾਡਾ ਜਿਹੜਾ ਪਾਰਟ ਆਫ ਸਪੀਚ ਹੈਗਾ ਆ। ਪ੍ਰੈਪੋਜੀਸ਼ਨਸ always take a noun or noun phrase after them. So simply students, ਜਿਸ ਤਰ੍ਹਾਂ subordinate conjunctions ਆਪਣੇ ਤੋਂ ਬਾਅਦ ਇੱਕ clause ਲੈਂਦੀਆਂ ਆ, ਇਹਦੇ opposite ਹੁੰਦਾ ਆ ਕਿ ਜਿਹੜੀਆਂ prepositions ਹੁੰਦੀਆਂ ਉਹ ਆਪਣੇ ਤੋਂ ਬਾਅਦ ਜਾਂ ਤਾਂ ਇੱਕ noun ਲੈਣਗੀਆਂ ਜਾਂ ਫਿਰ ਇੱਕ noun phrase ਨੂੰ ਲੈਣਗੀਆਂ, ਉਹ clause ਨਹੀਂ ਲੈ ਸਕਦੀਆਂ। phrase ਕੀ ਹੁੰਦੀ ਆ? phrase means ਜਿਸ ਸੈਂਟੈਂਸ ਦੇ ਵਿੱਚ ਕੋਈ ਵੀ ਸਬਜੈਕਟ ਵਰਬ ਨਹੀਂ ਹੁੰਦਾ ਉਸਨੂੰ ਆਪਾਂ ਫਰੇਜ਼ ਕਹਿੰਦੇ ਆ। ਸੋ ਦੇਖਾਂਗੇ ਕਿਸ ਤਰੀਕੇ ਨਾਲ ਯੂਜ਼ ਕਰਨੇ ਆ। ਇਸ ਤੋਂ ਇਲਾਵਾ ਅਸੀਂ ਐਜ਼ ਏ ਰਿਜ਼ਲਟ ਨੂੰ ਵੀ ਯੂਜ਼ ਕਰ ਸਕਦੇ ਹਾਂ ਜੋ ਇੱਕ ਟ੍ਰਾਂਜੀਸ਼ਨ ਹੈਗੀ ਆ। ਸੋ ਟ੍ਰਾਂਜੀਸ਼ਨ ਅਲੱਗ ਤਰੀਕੇ ਨਾਲ ਯੂਜ਼ ਹੋਣੀ ਆ, ਕੰਜੰਕਸ਼ਨ ਅਲੱਗ ਤਰੀਕੇ ਨਾਲ ਯੂਜ਼ ਹੋਣੀ ਆ, ਪ੍ਰੈਪੋਜੀਸ਼ਨ ਅਲੱਗ ਤਰੀਕੇ ਨਾਲ ਹੋਣੀਆਂ ਯੂਜ਼। ਸੋ ਸਭ ਤੋਂ ਪਹਿਲਾਂ ਸੈਂਟੈਂਸ ਦੇਖਾਂਗੇ ਬਿਕॉज ਦੇ ਨਾਲ, ਦੈਨ ਜਿਹੜਾ ਆ ਅਸੀਂ ਬਾਕੀ 1 ਬਾਈ 1 ਜਿਹੜਾ ਹਰ ਇੱਕ ਕੰਜੰਕਸ਼ਨ ਜਾਂ ਪ੍ਰੈਪੋਜੀਸ਼ਨ ਦੇ ਉੱਤੇ ਕੰਮ ਕਰਾਂਗੇ। ਸੋ ਸਟੂਡੈਂਟ, ਫਸਟ ਦੇਖਦੇ ਹਾਂ ਆਪਾਂ ਯੂਜ਼ ਆਫ ਬਿਕॉज। ਸੋ ਸਟੂਡੈਂਟਸ, ਜਦੋਂ ਵੀ ਆਪਾਂ ਸਬੋਰਡੀਨੇਟ ਕੰਜੰਕਸ਼ਨਸ ਨੂੰ ਯੂਜ਼ ਕਰਦੇ ਹਾਂ ਤੇ ਸਬੋਰਡੀਨੇਟ ਕੰਜੰਕਸ਼ਨ ਜਾਂ ਤਾਂ ਪਹਿਲਾਂ ਲੱਗ ਕੇ ਮੇਨ ਸਟਾਰਟਿੰਗ ਦੇ ਵਿੱਚ ਲੱਗ ਸਕਦੀ ਹੈ, ਉਸ ਤੋਂ ਬਾਅਦ ਕੋਮਾ ਲਗਾ ਕੇ ਸਾਨੂੰ ਮੇਨ ਕਲੌਜ਼ ਲਗਾਉਣਾ ਪੈਂਦਾ। ਸੋ ਐਜ਼, ਸਿੰਸ ਐਂਡ ਬਿਕॉज ਨੂੰ ਤਿੰਨਾਂ ਨੂੰ ਆਪਾਂ ਸੇਮ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਸੋ ਦੇਖਦੇ ਹਾਂ ਐਗਜ਼ਾਮਪਲ ਦੇ ਤੌਰ ਤੇ। ਫॉर एग्जांपल, I could not go to school yesterday because I was sick. ਮੈਂ ਕੱਲ ਸਕੂਲ ਨਹੀਂ ਜਾ ਸਕਿਆ ਕਿਉਂਕਿ ਮੈਂ ਬਿਮਾਰ ਸੀ। ਸੋ ਆਪਾਂ ਜਿਹੜਾ ਆਰਡਰ ਆ ਸੈਂਟੈਂਸ ਦਾ ਉਹਨੂੰ ਵੀ ਚੇਂਜ ਕਰ ਸਕਦੇ ਹਾਂ। ਬਿਕॉज ਆਈ ਵਾਜ਼ ਸਿਕ ਯੈਸਟਰਡੇ, ਆਈ ਕੁਡ ਨੋਟ ਗੋ ਟੂ ਸਕੂਲ। ਸੈਂਟੈਂਸ ਇਸ ਤਰੀਕੇ ਦੇ ਨਾਲ ਹੀ ਬਣ ਸਕਦਾ। ਹੋਪ ਆ ਕਿ ਬੜਾ ਸਿੰਪਲ ਸੈਂਟੈਂਸ ਆ, ਤੁਹਾਨੂੰ ਸਮਝ ਆ ਗਿਆ ਹੋਊਗਾ। ਸੋ ਇਸ ਤਰੀਕੇ ਦੇ ਨਾਲ ਆਪਾਂ ਬਿਕॉज ਨੂੰ ਯੂਜ਼ ਕਰ ਸਕਦੇ ਹਾਂ। ਬਿਕॉज ਤੋਂ ਬਾਅਦ ਤੁਸੀਂ ਦੇਖ ਸਕਦੇ ਹਾਂ ਦੋਨੋਂ ਕਲੌਜ਼ ਲੱਗੇ ਨੇ। ਬਿਕॉज ਆਈ ਵਾਜ਼ ਸਿਕ, ਆਈ ਸਬਜੈਕਟ ਆ, was as a verb यूज़ हो रहा है, इट मीनस कि पूरा क्लाउज आ रहा। उस तो बाद फिर मेन क्लाउज लग्या होया, I could not go to school, I सब्जेक्ट, could not helping verb एंड go साडा verb लग्या। सो सबॉर्डिनेट कंजंक्शन ने अपने तो बाद इस तरह एक क्लाउज ही लेना। सेम तरीके दे नाल आपां as and since नूं भी यूज़ कर लैंदे आ। as for example, as I was sick yesterday, I could not go to school, ਜਾਂ फिर I could not go to school as I was sick। In the same way we can use the since, you can see the examples there. But now the difference is, what is the difference between because, as and since? Students, ਇਹ ਵੀ ਸਾਨੂੰ ਸਮਝਣ ਵਾਲੀ ਜ਼ਰੂਰਤ ਹੈਗੀ ਆ ਕਿ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੁੰਦਾ ਆ because, as and since ਦੇ ਵਿੱਚ। ਬੇਸਿਕਲੀ because ਨੂੰ ਆਪਾਂ ਉਦੋਂ ਯੂਜ਼ ਕਰਦੇ ਆ ਜਦੋਂ
ਅਸੀਂ ज़्यादा फोकस ਜਿਹੜਾ ਆਪਣੇ ਰੀਜ਼ਨ ਦੇ ਉੱਤੇ ਕਰਨਾ ਹੁੰਦਾ। ਫੋਰ ਐਗਜ਼ਾਮਪਲ I can't eat fast food because I have allergy from it। ਸੋ ਇਟ ਮੀਨਸ ਕਿ ਮੇਰਾ ਫੋਕਸ ਜਿਹੜਾ ਜ਼ਿਆਦਾ ਰੀਜ਼ਨ ਦੇ ਉੱਤੇ ਆ। ਔਨ ਦਾ ਅਦਰ ਹੈਂਡ ਜਦੋਂ ਆਪਾਂ ਐਜ਼ ਐਂਡ ਸਿੰਸ ਨੂੰ ਯੂਜ਼ ਕਰਦੇ ਆ ਤੇ ਬੇਸਿਕਲੀ ਇੱਥੇ ਜਿਹੜਾ ਰੀਜ਼ਨ ਹੈਗਾ ਆ ਉਹ ਆਲਰੇਡੀ ਸਾਡੇ ਅਗਲੇ ਬੰਦੇ ਨੂੰ ਜਿਸ ਨੂੰ ਆਪਾਂ ਗੱਲ ਕਰ ਰਹੇ ਹਾਂ ਉਸ ਨੂੰ ਪਤਾ ਹੁੰਦਾ। ਐਗਜ਼ਾਮਪਲ ਦੇ ਤੌਰ ਤੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਯੂਜ਼ ਜਿਹੜਾ ਫੋਸਿਲ ਫਿਊਲਸ ਹੈਗੇ ਉਹ ਰੀਜ਼ਨ ਹੈਗੇ ਆ ਇਨਕਰੀਜ਼ਿੰਗ ਪੋਲਿਊਸ਼ਨ ਦਾ। ਸੋ ਆਪਾਂ ਉੱਥੇ ਕੀ ਕਹਿ ਸਕਦੇ ਹਾਂ, ਸਿੰਸ ਫੋਸਿਲ ਫਿਊਲਸ ਆਰ ਦਾ ਪ੍ਰਾਇਮਰੀ ਕਾਜ਼ ਆਫ ਇਨਕਰੀਜ਼ਿੰਗ ਪੋਲਿਊਸ਼ਨ ਗਵਰਨਮੈਂਟਸ ਆਰ ਪਲੈਨਿੰਗ ਟੂ ਰਿਡਿਊਸ ਇਟਸ ਯੂਜ਼। ਸੋ ਸੇਮ ਤਰੀਕੇ ਨਾਲ ਐਜ਼ ਨੂੰ ਵੀ ਯੂਜ਼ ਕਰ ਸਕਦੇ ਹਾਂ। ਐਜ਼ pollution as fossil fuels are the main reason of increasing pollution, governments are planning to reduce its use। ਸੋ ਇਸ ਤਰੀਕੇ ਦੇ ਸੈਂਟੈਂਸਸ ਜਿੱਥੇ ਇੱਕ ਫੈਕਟ ਹੁੰਦਾ, ਜਿੱਥੇ ਇਨਫੋਰਮੇਸ਼ਨ ਆਲਰੇਡੀ ਜਿਹੜੀ ਆ ਅਗਲੇ ਬੰਦੇ ਨੂੰ ਫੈਕਟ ਜਿਹੜਾ ਪਤਾ ਹੁੰਦਾ, ਉਦੋਂ ਆਪਾਂ ਐਜ਼ ਐਂਡ ਸਿੰਸ ਨੂੰ ਜ਼ਿਆਦਾ ਯੂਜ਼ ਕਰਦੇ ਹਾਂ। ਬਿਕਾਜ਼ ਨੂੰ ਆਪਾਂ ਉਦੋਂ ਯੂਜ਼ ਕਰਦੇ ਹਾਂ ਜਦੋਂ ਰੀਜ਼ਨ ਅਗਲੇ ਬੰਦੇ ਨੂੰ ਨਹੀਂ ਪਤਾ ਹੁੰਦਾ, ਅਸੀਂ ਰੀਜ਼ਨ ਤੇ ਫੋਕਸ ਕਰਕੇ ਗੱਲ ਕਹਿਣਾ ਚਾਹੁੰਦੇ ਹਾਂ। ਸੋ ਸਟੂਡੈਂਟਸ ਹੋਪ ਹੈ ਕਿ ਤੁਹਾਨੂੰ ਐਜ਼, ਸਿੰਸ ਐਂਡ ਬਿਕਾਜ਼ ਦਾ ਯੂਜ਼ ਜਿਹੜਾ ਸਮਝ ਆ ਗਿਆ ਹੋਊਗਾ। ਨੈਕਸਟ ਵੀ ਮੂਵ ਔਨ ਟੂ ਦਾ ਪ੍ਰੈਪੋਜੀਸ਼ਨਸ। ਸੋ ਸਟੂਡੈਂਟਸ ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਆਪਾਂ ਪ੍ਰੈਪੋਜੀਸ਼ਨਸ ਨੂੰ ਯੂਜ਼ ਕਰਨਾ। ਪ੍ਰੈਪੋਜੀਸ਼ਨ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਆਪਣੇ ਤੋਂ ਬਾਅਦ ਜਾਂ ਤਾਂ ਇੱਕ ਨਾਊਨ ਲੈਣਗੀਆਂ ਜਾਂ ਫਿਰ ਨਾਊਨ ਫਰੇਜ਼ ਨੂੰ ਲੈਣਗੀਆਂ। ਹੁਣ ਜਿਵੇਂ ਕਿ ਅਸੀਂ ਪਹਿਲਾਂ ਇੱਕ ਸੈਂਟੈਂਸ ਬਣਾਇਆ ਸੀਗਾ ਕਿ ਮੈਂ ਸਕੂਲ ਨਹੀਂ ਜਾ ਸਕਿਆ ਕਿਉਂਕਿ ਮੈਂ ਕੱਲ ਬਿਮਾਰ ਸੀਗਾ, ਬਿਕਾਜ਼ ਦੇ ਨਾਲ ਆਪਾਂ ਰੀਜ਼ਨ ਦਿੱਤਾ ਸੀਗਾ। ਬਟ ਸੇਮ ਗੱਲ ਨੂੰ ਆਪਾਂ ਡਿਊ ਟੂ, ਬਿਕਾਜ਼ ਐਂਡ ਓਇੰਗ ਟੂ ਦੇ ਨਾਲ ਵੀ ਲਿਖ ਸਕਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿ ਸਕਦੇ ਹਾਂ ਡਿਊ ਟੂ ਬੀਇੰਗ ਸਿਕ ਆਈ ਕੁਡ ਨਾਟ ਗੋ ਟੂ ਸਕੂਲ ਯੈਸਟਰਡੇ। ਹੁਣ ਇੱਥੇ ਕੀ ਹੋਇਆ, ਡਿਊ ਟੂ ਤੋਂ ਬਾਅਦ ਆਪਾਂ ਲਿਖਿਆ ਹੋਇਆ ਬੀਇੰਗ। ਬੀਇੰਗ ਨੂੰ ਜਦੋਂ ਦੇਖਦੇ ਆ ਮੋਸਟ ਆਫ ਦਾ ਸਟੂਡੈਂਟਸ ਉਹਨਾਂ ਨੂੰ ਲੱਗ ਸਕਦਾ ਕਿ ਇਹ ਵਰਬ ਦੀ ਫੋਰਥ ਫਾਰਮ ਆ ਜਿਸ ਨੂੰ ਆਪਾਂ V1 + ING ਕਹਿੰਦੇ ਆ। ਬਟ ਸਟੂਡੈਂਟ ਯਾਦ ਰੱਖਣਾ ਹੈਗਾ ਕਿ ING ਵਾਲੀ ਵਰਬ ਦੀ ਫਾਰਮ ਜਦੋਂ ਵਿਦਾਊਟ ਹੈਲਪਿੰਗ ਵਰਬ ਮੀਨਸ ਕਿ ਇਜ਼ ਐਮ ਆਰ ਵਾਜ਼ ਵਰ ਤੋਂ ਬਿਨਾਂ ਯੂਜ਼ ਹੋ ਰਹੀ ਹੈ, ਇਹ ਕਦੇ ਵੀ ਵਰਬ ਦਾ ਕੰਮ ਨਹੀਂ ਕਰਦੀ, ਨਾਊਨ ਦਾ ਕੰਮ ਕਰਦੀ ਆ। ਸੋ ਇਟ ਮੀਨਸ ਕਿ ਇੱਥੇ ਮੈਂ ਐਜ਼ ਏ ਬੀਇੰਗ ਨੂੰ ਨਾਊਨ ਯੂਜ਼ ਕਰਦਾ ਪਿਆ ਆ। ਮੀਨਿੰਗ ਕੀ ਹੋ ਗਿਆ ਕਿ ਡਿਊ ਟੂ ਬੀਇੰਗ ਸਿਕ, ਬਿਮਾਰ ਹੋਣ ਕਰਕੇ ਆਈ ਕੁਡ ਨਾਟ ਗੋ ਟੂ ਸਕੂਲ ਯੈਸਟਰਡੇ, ਮੈਂ ਕੱਲ ਸਕੂਲ ਨਹੀਂ ਜਾ ਸਕਿਆ। ਸੋ ਡਿਊ ਟੂ ਐਂਡ ਬਿਕਾਜ਼ ਦੇ ਵਿੱਚ ਤੁਸੀਂ ਡਿਫਰੈਂਸ ਦੇ ਸਕਦੇ ਆ ਕਿ ਜਦੋਂ ਮੈਂ ਬਿਕਾਜ਼ ਯੂਜ਼ ਕੀਤਾ ਸੀਗਾ ਇਸ ਜਗ੍ਹਾ ਤੇ ਉਦੋਂ ਆਪਾਂ ਸਬ ਸੈਂਟੈਂਸ ਬਣਾਇਆ ਸੀ ਬਿਕਾਜ਼ ਆਈ ਵਾਜ਼ ਸਿਕ, ਆਈ ਸਬਜੈਕਟ ਵਾਜ਼ ਵਰਬ ਸੀਗਾ। ਬਟ ਡਿਊ ਟੂ ਦੇ ਨਾਲ ਸਾਨੂੰ ਕਲਾਉਜ਼ ਨਹੀਂ ਯੂਜ਼ ਕਰਨਾ ਪੈਣਾ, ਸਾਨੂੰ ਨਾਊਨ ਜਾਂ ਨਾਊਨ ਫਰੇਜ਼ ਯੂਜ਼ ਕਰਨੀ ਪੈਣੀ ਆ। ਡਿਊ ਟੂ ਬੀਇੰਗ ਸਿਕ ਆਈ ਕੁਡ ਨਾਟ ਗੋ ਟੂ ਸਕੂਲ ਯੈਸਟਰਡੇ। ਪੈਟਰਨ ਜਾਂ ਫਾਰਮੈਟ ਚੇਂਜ ਕੀਤਾ ਜਾ ਸਕਦਾ ਆ, ਆਈ ਕੁਡ ਨਾਟ ਗੋ ਟੂ ਸਕੂਲ ਯੈਸਟਰਡੇ ਡਿਊ ਟੂ ਬੀਇੰਗ ਸਿਕ। ਸੋ ਸੇਮ ਇਸੇ ਤਰੀਕੇ ਦੇ ਨਾਲ ਹੀ ਆਪਾਂ ਯੂਜ਼ ਕਰ ਸਕਦੇ ਹਾਂ ਬਿਕਾਜ਼ ਆਫ ਨੂੰ ਬਿਕਾਜ਼ ਆਫ। ਬਿਕਾਜ਼ ਤੋਂ ਬਾਅਦ ਜਦੋਂ ਆਫ ਲੱਗ ਜਾਂਦਾ ਇਟ ਮੀਨਸ ਕਿ ਉਹ ਪ੍ਰੈਪੋਜੀਸ਼ਨ ਆ ਗਈ, ਤੇ ਪ੍ਰੈਪੋਜੀਸ਼ਨ ਅਗੇਨ ਆਪਣੇ ਤੋਂ ਬਾਅਦ ਨਾਊਨ ਲਊਗੀ। ਸੈਂਟੈਂਸ ਆਪਾਂ ਕੀ ਕਹਿ ਸਕਦੇ ਹਾਂ, ਅਥਾਰਟੀਜ਼ ਆਰ ਪਲੈਨਿੰਗ ਟੂ prevent vehicles from entering the city center due to or we can say because of increasing pollution in the city। ਸੋ ਸ਼ਹਿਰ ਦੇ ਵਿੱਚ ਵੱਧ ਰਹੇ ਪੋਲਿਊਸ਼ਨ ਨੂੰ ਦੇਖਦੇ ਹੋਏ ਗਵਰਨਮੈਂਟਸ ਜਿਹੜੀਆਂ ਆ ਜਾਂ ਅਥਾਰਟੀਜ਼ ਜਿਹੜੀਆਂ ਆ ਉਹ ਪਲਾਨ ਕਰ ਰਹੀਆਂ ਕਿ ਆਪਾਂ ਸਿਟੀ ਸੈਂਟਰਸ ਦੇ ਵਿੱਚੋਂ ਕਾਰਾਂ ਨੂੰ ਜਿਹੜਾ ਬੈਨ ਕਰ ਦਿੱਤਾ ਜਾਵੇ। ਇਸੇ ਤਰੀਕੇ ਨਾਲ ਓਇੰਗ ਟੂ ਨੂੰ ਵੀ ਯੂਜ਼ ਕਰ ਸਕਦੇ ਹਾਂ। owing to the increasing pollution in the city center, government has decided to reduce or stop cars from entering in the city center। ਹੋਪ ਆ ਕਿ ਤੁਹਾਨੂੰ ਸੈਂਟੈਂਸ ਜਿਹੜੇ ਸਮਝ ਲੱਗ ਗਏ ਹੋਗੇ ਵੀ ਕਿਸ ਤਰੀਕੇ ਨਾਲ ਆਪਾਂ ਯੂਜ਼ ਕੀਤੇ ਆ। ਡਿਊ ਟੂ, ਬਿਕਾਜ਼ ਆਫ ਐਂਡ ਓਇੰਗ ਟੂ ਸੇਮ ਤਰੀਕੇ ਨਾਲ ਯੂਜ਼ ਹੋ ਸਕਦੇ ਆ। ਸੈਂਟੈਂਸ ਦੇ ਬਿਗਨਿੰਗ ਦੇ ਵਿੱਚ ਵੀ ਯੂਜ਼ ਹੋ ਸਕਦੇ ਆ, ਸੈਂਟੈਂਸ ਦੇ ਅਖੀਰ ਦੇ ਵਿੱਚ ਵੀ ਯੂਜ਼ ਹੋ ਸਕਦੇ ਆ। ਫਾਰਮੈਟ ਤੁਸੀਂ ਦੇਖ ਸਕਦੇ ਆ ਔਰ ਮੈਂ ਐਗਜ਼ਾਮਪਲਸ ਵੀ ਤੁਹਾਨੂੰ ਜਿਹੜੀਆਂ ਵੀਡੀਓ ਐਂਡ ਦੇ ਵਿੱਚ ਜਿਹੜੀਆਂ ਦੇ ਦੂੰਗਾ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰ ਸਕਦੇ ਆ। ਸੋ ਸਟੂਡੈਂਟਸ ਇੱਥੇ ਵੀ ਜਿਹੜਾ ਡਿਊ ਟੂ ਐਂਡ ਬਿਕਾਜ਼ ਆਫ ਆ ਸੇਮ ਤਰੀਕੇ ਨਾਲ ਯੂਜ਼ ਹੋ ਸਕਦਾ, ਬਟ ਓਇੰਗ ਟੂ ਨੂੰ ਅਗੇਨ ਆਪਾਂ ਉਸ ਤਰੀਕੇ ਨਾਲ ਯੂਜ਼ ਕਰਦੇ ਹਾਂ ਜਦੋਂ ਰੀਜ਼ਨ ਜਿਹੜਾ ਮੋਸਟਲੀ ਅਗਲੇ ਬੰਦੇ ਨੂੰ ਪਤਾ ਹੁੰਦਾ ਆ। ਸੋ ਇਸ ਕਰਕੇ ਆਪਾਂ ਓਇੰਗ ਟੂ ਨੂੰ ਇਸ ਤਰੀਕੇ ਨਾਲ ਯੂਜ਼ ਕਰਨਾ। ਸੋ ਓਇੰਗ ਟੂ ਇਨਕਰੀਜ਼ਿੰਗ ਪੋਲਿਊਸ਼ਨ ਗਵਰਨਮੈਂਟਸ ਹੈਵ ਡਿਸਾਈਡਡ ਟੂ ਰਿਡਿਊਸ ਦ ਯੂਜ਼ ਆਫ ਫੋਸਿਲ ਫਿਊਲਸ। ਸੋ ਹੋਪ ਹੈ ਕਿ ਸਟੂਡੈਂਟਸ ਤੁਹਾਨੂੰ ਜਿਹੜੇ ਸੈਂਟੈਂਸ ਮੇਰੇ ਸਮਝ ਲੱਗ ਗਏ ਹੋਗੇ। ਸੋ ਸਟੂਡੈਂਟਸ ਲਾਸਟ ਬਟ ਨਾਟ ਲੀਸਟ as a result, now we will see how to use as a result। as a result ਨੂੰ ਵੀ ਸੇਮ ਪਹਿਲਾਂ ਮੈਂ ਉਹੀ ਐਗਜ਼ਾਮਪਲ ਲਊਂਗਾ ਜਿਹੜੀ ਆਪਾਂ ਬਿਗਨਿੰਗ ਤੋਂ ਯੂਜ਼ ਕਰਦੇ ਆ ਰਹੇ ਹਾਂ ਕਿ ਫੋਰ ਐਗਜ਼ਾਮਪਲ ਆਈ ਵਾਜ਼ ਸਿਕ ਯੈਸਟਰਡੇ ਐਜ਼ ਅ ਰਿਜ਼ਲਟ ਆਈ ਕੁਡ ਨਾਟ ਗੋ ਟੂ ਸਕੂਲ। ਕੱਲ੍ਹ ਮੈਂ ਬਿਮਾਰ ਸੀ, ਇਹਦਾ ਨਤੀਜਾ ਕੀ ਆਇਆ ਕਿ ਮੈਂ ਕੱਲ੍ਹ ਸਕੂਲ ਨਹੀਂ ਜਾ ਸਕਿਆ। ਜਾਂ ਫਿਰ ਆਪਾਂ ਹੋਰ ਐਗਜ਼ਾਮਪਲ ਲੈ ਲਈਏ, pollution level has increased rapidly in the city center। As a result, government has decided
टू प्रिवेंट एंटरिंग कार्स फ्रॉम द सिटी सेंटर। सो इस तरीके दे नाल आपां होर भी यूज़ कर सकते हैं। आई वॉज फीलिंग कोल्ड, एज ए रिजल्ट आई डिसाइडेड टू वीयर आ कोट। सो इट मीनस कि बड़ा सिंपल सेंटेंस है, वैसे एज ए रिजल्ट ना इन्ना सूट नहीं करता, बिकॉज एज ए रिजल्ट जिहनूं आपां फॉर्मल राइटिंग दे विच यूज़ करते हैं बड़े वधिया तरीके नाल। एज ए रिजल्ट के नतीजे की जगह ते आपां होर भी कई वर्ड यूज़ कर सकते जिन्हां नूं आपां नैक्सट वीडियो दे विच देखांगे। सो स्टूडेंट्स ये सीगे बेसिकली अल्टरनेटिव्स टू बिकॉज आपां यूज़ करते हैं, बिकॉज एज एंड सिंस सेम तरीके नाल यूज़ होणगे। सो ये हैगियां कंजंक्शनस। ऑन द अदर हैंड वी हैव प्रेपोजिशंस ड्यू टू, because of and owing to. After that we have a transition as a result. So 7 alternatives you can use instead of because and improve your writing. Hope you would have liked my video, and if you like my video please don't forget to subscribe our channel, and you can drop your comment if you need any further information about it. Obviously you can take a PDF of all this lecture and you can get proper information about that. So students, if you like our video, don't forget to share, like and subscribe our channel. Thank you.